ਸਾਡੇ ਨਾਲ ਜੁੜੇ ਨੇ ਯਾਦਵਿੰਦਰ ਸਿੰਘ ਬੁੱਟਰ, ਜਿਨ੍ਹਾਂ ਨੇ ਇੱਕ ਮਹਿਲਾ ਦੇ ਨਾਲ ਖੜ ਕੇ ਸਿੱਖ ਧਰਮ ਨਿਭਾਇਆ ਹੈ। ਔਰ ਜਿਵੇਂ ਸ਼ੁਰੂ ਤੋਂ ਸਿੱਖਾਂ ਦਾ ਇਤਿਹਾਸ ਹੈ ਕਿ ਜਦ ਵੀ ਕਦੀ ਵੀ ਇਸ ਦੇਸ਼ ਦੇ ਵਿੱਚ ਬੱਚੀਆਂ ਤੇ ਮਹਿਲਾਵਾਂ ਤੇ ਭੈਣਾਂ ਤੇ ਭੀੜ ਬਣੀ ਹੈ ਤਾਂ ਆਪਣੀਆਂ ਜਾਨਾਂ ਵਾਰ ਕੇ ਉਹਨਾਂ ਦੀ ਆਬਰੂ, ਉਹਨਾਂ ਦੀ ਇੱਜ਼ਤ, ਉਹਨਾਂ ਨੂੰ ਇਨਸਾਫ ਦਿਵਾਇਆ। ਸੋ ਯਾਦਵਿੰਦਰ ਸਿੰਘ ਬੁੱਟਰ, ਜੋ ਕਿ ਮਾਝੇ ਦੇ ਇੱਕ ਐਸੇ ਨਿਤੜਕ, ਨਿਡਰ ਔਰ ਜੁਝਾਰੂ ਜਰਨੈਲ ਨੇ ਕਿ ਜੋ ਇਸ ਵੇਲੇ ਬੀਜੇਪੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਉਹ ਨਿਰਾਸ਼ ਵੀ ਬਹੁਤ ਨੇ। ਔਰ ਸਿੱਖ ਜਗਤ ਤੋਂ ਵੀ ਕਾਫੀ ਕਮੈਂਟ ਆ ਰਹੇ ਨੇ। ਬੁੱਟਰ ਸਾਹਿਬ, ਮੇਰੀ ਆਵਾਜ਼ ਸੁਣ ਰਹੇ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਯਾਦਵਿੰਦਰ ਬੁੱਟਰ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਵੇਂ ਕੱਲ੍ਹ ਦੀ ਘਟਨਾ ਦੇਖੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਸਿੱਖ ਚਿਹਰੇ ਨੂੰ ਮਾਮੂਲੀ ਗੱਲ ਤੋਂ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਕਿ ਬੀਜੇਪੀ ਦੇ ਵਿੱਚ ਵੀ ਜਿਹੜੇ ਸਿੱਖ ਚਿਹਰੇ ਨੇ ਉਹ ਬਰਦਾਸ਼ਤ ਨਹੀਂ ਕੀਤੇ ਜਾਂਦੇ। ਸਿੱਖ ਚਿਹਰਿਆਂ ਦੀ ਆਵਾਜ਼ ਅਗਰ ਕੋਈ ਚੁੱਕਦਾ ਹੈ ਤਾਂ ਕੀ ਗੱਲ ਉਹਨੂੰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੀਜੇਪੀ ਦੇ ਵਿੱਚ ਵੀ ਇਹ ਦੋਹਰਾ ਮਾਪਦੰਡ ਹੈ? ਦੇਖੋ, ਜਿਸ ਤਰ੍ਹਾਂ ਦਾ ਘਟਨਾਕ੍ਰਮ ਪਿਛਲੇ 2-3 ਦਿਨਾਂ ਤੋਂ ਪਾਰਟੀ ਨੇ ਦਿਖਾਇਆ ਵਾ, ਜੋ ਪੱਖਪਾਤ ਪਾਰਟੀ ਨੇ ਕੀਤਾ ਵਾ, ਜਿਸ ਤਰੀਕੇ ਨਾਲ ਮੇਰੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ, ਮੇਰੇ ਮਨ ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਉਹਦੀ ਨਿਰਾਸ਼ਾ ਤੇ ਜ਼ਰੂਰ ਹੈਗੀ ਆ ਜੀ। ਪਰ ਬੁੱਟਰ ਸਾਹਿਬ, ਨਿਰਾਸ਼ਾ ਕਰਨ ਦੇ ਨਾਲ ਆਪਣੇ ਮਨ ਨੂੰ ਇਸ ਤਰ੍ਹਾਂ ਬੰਨਣ ਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਏਗਾ? ਪਾਰਟੀ ਦੇ ਵਿੱਚ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਜਿੱਦਾਂ ਤੁਹਾਡਾ ਅਕਸ ਜਿਹੜਾ ਹੈ ਉਹਨੂੰ ਬਹੁਤ ਦਾਗਦਾਰ ਕਰਕੇ ਪੇਸ਼ ਕੀਤਾ ਜਾ ਰਿਹਾ, ਜਾਂ ਸਮਝ ਲਿਆ ਜਾਵੇ ਤਾਂ ਤੁਹਾਡੀ 21 ਸਾਲ ਦੀ ਬੀਜੇਪੀ ਲਈ ਕੀਤੀ ਗਈ ਮਿਹਨਤ ਜਿਹੜੀ ਉਹ ਤੇ ਪਾਣੀ ਫਿਰ ਗਿਆ। ਦੇਖੋ, ਇਸ ਤਰ੍ਹਾਂ ਵਾ ਕਿ ਮੈਂ 21 ਸਾਲ ਦੀ ਸੇਵਾ ਜ਼ਰੂਰ ਕੀਤੀ ਆ, ਲੇਕਿਨ ਮੈਂ ਲੋਕਾਂ ਦੀ ਸੇਵਾ ਕੀਤੀ ਆ, ਪਾਰਟੀਆਂ ਦੀ ਸੇਵਾ ਕੀਤੀ ਆ। ਬੀਜੇਪੀ ਦੇ ਵਿੱਚ ਮੈਂ ਪਿਛਲੇ 7 ਸਾਲ ਤੋਂ ਹੀ ਕੰਮ ਕਰਦਾ ਪਿਆ। ਜੀ ਜੀ। ਪਰ ਕੱਲ ਬਟਾ ਜੀ ਜਦੋਂ ਤੋਂ ਮੈਂ ਕੰਮ ਕਰਦਾ ਪਿਆ ਵਾਂ, ਮੈਂ ਜਦੋਂ ਇਸ ਪਾਰਟੀ ਚ ਆਇਆ ਸੀਗਾ, ਮੈਂ ਦੂਸਰੀ ਪਾਰਟੀ ਦਾ ਸਟੇਟ ਦਾ ਜਨਰਲ ਸੈਕਟਰੀ ਸੀਗਾ। ਦੂਸਰੀ ਕਿਹੜੀ ਪਾਰਟੀ? ਐਮਐਲਏ ਦੀ ਇਲੈਕਸ਼ਨ ਲੜੀ ਸੀ। ਕਿਹੜੀ ਪਾਰਟੀ ਸੀ ਸਰ ਦੂਸਰੀ? ਮੈਂ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਬਤੌਰ ਵਰਕਿੰਗ ਕਮੇਟੀ ਮੈਂਬਰ ਪੰਜਾਬ ਦਾ ਜਿਹੜਾ ਵਾ ਉਹ ਸੀਗਾ ਜੀ। ਤੇ ਉਸ ਸਥਿਤੀ ਦੇ ਵਿੱਚ ਮੈਂ 10 ਸਾਲ ਸੁਖਬੀਰ ਬਾਦਲ ਜੀ ਦੇ ਨਾਲ ਉਹਨਾਂ ਦੀ ਸਰਪ੍ਰਸਤੀ ਹੇਠ ਕੰਮ ਕੀਤਾ, ਅਕਾਲੀ ਦਲ ਦੇ ਵਿੱਚ ਬਤੌਰ ਅਕਾਲੀ ਦਲ ਦਾ ਮੈਂਬਰ। ਠੀਕ ਹੈ। ਤਾਂ ਬੁੱਟਰ ਸਾਹਿਬ, ਸੁਖਬੀਰ ਬਾਦਲ ਜੀ ਦੀ ਸਰਪ੍ਰਸਤੀ ਹੇਠ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਚ ਕੰਮ ਕੀਤਾ। ਫਿਰ ਕਿਉਂ ਛੱਡਿਆ ਸੁਖਬੀਰ ਜੀ ਦਾ ਸਾਥ? ਕੋਈ ਰਾਜਨੀਤਿਕ, ਕੋਈ ਸਮਾਜਿਕ, ਕੋਈ ਇਹੋ ਜਿਹੇ ਮੁੱਦੇ ਸੀਗੇ ਜਿਹਦੇ ਵਿੱਚ ਸਾਡੀ ਵਿਚਾਰਧਾਰਾ ਦੇ ਵਿੱਚ ਫਰਕ ਮੈਨੂੰ ਮਹਿਸੂਸ ਹੋਇਆ, ਜਿਹਦੇ ਕਰਕੇ ਮੈਂ ਫਿਰ ਉਹ ਅਕਾਲੀ ਦਲ ਦੀਆਂ ਕੁਛ ਨੀਤੀਆਂ ਸੀਗੀਆਂ ਜਿਹੜੀਆਂ, ਕਿਉਂਕਿ ਮੈਂ ਇੱਕ ਪੰਥਕ ਪਰਿਵਾਰ ਦਾ ਸੰਬੰਧ ਸੀਗਾ। ਮੇਰੇ ਬਜ਼ੁਰਗ ਭਾਈ ਮਹਿਮਾ ਸਿੰਘ ਗੁਰੂ ਕੇ ਬਾਗ ਮੋਰਚੇ 1922 ਦੇ ਵਿੱਚ ਸ਼ਹੀਦ ਹੋਏ ਆ। ਅਸੀਂ ਕੁਰਬਾਨੀਆਂ ਦੇ ਕੇ, ਆਪਣਾ ਲਹੂ ਦੇ ਕੇ ਇਸ ਅਕਾਲੀ ਦਲ ਦੀ ਸਿਰਜਣਾ ਕੀਤੀ ਸੀਗੀ। ਆਪਣੇ ਸਿਰ ਵੱਢ ਕੇ ਅਸੀਂ ਅਕਾਲੀ ਦਲ ਦੀ ਧਾਰਮਿਕ ਜਥੇਬੰਦੀ ਤੇ ਰਾਜਨੀਤਿਕ ਜਥੇਬੰਦੀ। ਪਰ ਬੁੱਟਰ ਜੀ ਵੀ ਮੇਰਾ ਸਵਾਲ ਲੈ ਲਓ ਕਿ ਇਸੇ ਹੀ ਇਮਤਿਹਾਨ 'ਚ ਤਾਂ ਫਿਰ ਤੁਸੀਂ ਪੈ ਗਏ ਹੋ, ਕਿਉਂਕਿ ਇਸ ਵੇਲੇ ਜੋ ਹਾਲਾਤ ਤੁਹਾਡੇ ਨਾਲ ਪਹਿਲਾਂ ਬਣੇ ਸੀ ਜਦੋਂ ਤੁਸੀਂ ਉਸ ਸਮੇਂ ਧਰਮ ਸੰਕਟ 'ਚ ਸੀ, ਅੱਜ ਫਿਰ ਧਰਮ ਸੰਕਟ ਦੇ ਵਿੱਚੋਂ ਹੁਣ ਕੀ ਕਰੋਗੇ? ਕਿ ਜੋ ਸੁਖਬੀਰ ਬਾਦਲ ਵੇਲੇ ਅਕਾਲੀ ਦਲ ਨਾਲ ਕੀਤਾ ਵੈਸਾ ਹੀ ਹੁਣ ਬੀਜੇਪੀ ਨਾਲ ਹੋਏਗਾ, ਕਿ ਜਾਂ ਬੀਜੇਪੀ ਤੁਹਾਡਾ ਪੱਖ ਸੁਣ ਰਹੀ ਹੈ? ਦੇਖੋ, ਇੱਕ ਗੱਲ ਸਮਝ ਲਓ ਰਿਸ਼ਪਾਲ ਜੀ, ਬੜੀ ਜ਼ਿੰਮੇਵਾਰੀ ਦੇ ਨਾਲ ਜੀ ਮੈਂ ਇੱਕੋ ਗੱਲ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦਾ ਵਾ ਵੀ ਮੇਰੇ ਵਾਸਤੇ ਮੇਰਾ ਧਰਮ ਪਹਿਲਾਂ ਵਾ, ਲੋਕਾਂ ਦੇ ਮੁੱਦੇ ਪਹਿਲਾਂ ਵਾ, ਮੇਰੇ ਗੁਰੂਆਂ ਪੀਰਾਂ ਦਾ ਸਿਧਾਂਤ ਪਹਿਲਾਂ ਵਾ, ਰਾਜਨੀਤੀ ਬਾਅਦ ਚ। ਜੀ ਬਿਲਕੁਲ ਸੱਚ ਹੈ। ਔਰ ਮੈਂ ਉਹ ਵਿਅਕਤੀ ਹਾਂ ਜਿਹਨੇ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਮੁੱਦਿਆਂ ਦੇ ਵਾਸਤੇ ਆਪਣੇ ਆਪ ਨੂੰ ਬਰੂਦ ਦੇ ਨਾਲ ਬੰਨ ਕੇ ਵੀ ਮੈਂ ਲੋਕਾਂ ਦੀਆਂ ਲੜਾਈਆਂ ਲੜੀਆਂ ਵਾ। ਜੀ 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 ਜੀ। ਚੌਥੀ ਗੱਲ ਇਹ ਹੈਗੀ ਆ ਕਿ ਕਹਿੰਦੇ ਆ ਵੱਡੀ ਹੋਊ ਫਜਲਿਆ ਜਿੱਤ ਤੇਰੀ, ਜਿਹੜੀਆਂ ਨਿਤ ਸ਼ਿਕਸ਼ਤਾਂ ਹੁੰਦੀਆਂ ਨੇ ਜੀ, ਜਿਹੜੇ ਬੰਦੇ ਦੀ ਰੋਜ਼ ਕਿਸੇ ਨਾ ਕਿਸੇ ਛੋਟੇ ਕਾਰਨ ਕਰਕੇ ਸ਼ਿਕਸ਼ਤ ਹੁੰਦੀ ਆ, ਜਿੱਦਣ ਉਹਦੀ ਜਿੱਤ ਹੁੰਦੀ ਆ ਉਹ ਲਾਜਵਾਬ ਔਰ ਬੜੀ ਵੱਡੀ ਜਿੱਤ ਹੁੰਦੀ ਆ। ਮੈਨੂੰ ਇਸ ਗੱਲ ਦਾ ਮਾਣ ਆ ਕਿ ਜਿਹੜੇ ਮੇਰੇ ਨਜ਼ਦੀਕੀ ਮੇਰੇ ਸਾਥੀ ਆ, ਜਿਹੜੇ ਮੇਰੇ ਸਮਰਥਕ ਆ, ਜਿਨ੍ਹਾਂ ਦੇ ਮੈਂ ਜ਼ਿੰਦਗੀ 'ਚ ਕੰਮ ਕੀਤੇ ਆ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਇਸ ਵਿਅਕਤੀ ਨੇ ਜ਼ਿੰਦਗੀ ਦੇ ਵਿੱਚ ਸਾਡੇ ਮੁੱਦਿਆਂ ਦੇ ਵਾਸਤੇ ਆਪਣੇ ਰਾਜਨੀਤਿਕ ਕੈਰੀਅਰ ਨੂੰ ਦਾਅ ਤੇ ਲਾਇਆ। ਔਰ ਮੈਂ 20 ਸਾਲ ਤੋਂ ਲੋਕਾਂ ਦੀਆਂ ਲੜਾਈਆਂ ਲੜੀਆਂ ਵਾ। ਮੈਂ ਐਮਐਲਏ ਬਣਨ ਦੀ ਲੜਾਈ ਕਦੀ ਨਹੀਂ ਲੜੀ। ਮੇਰੇ ਵਾਸਤੇ ਐਮਐਲਏ ਬਣਨਾ ਕੋਈ ਅਹਿਮੀਅਤ ਨਹੀਂ ਰੱਖਦਾ। ਪਰ ਬੁੱਟਰ ਜੀ ਅੱਜ ਵਿਧਾਨ ਸਭਾ 'ਚ ਐਮਐਲਏ ਬਣੇ ਹੋਏ ਆ, ਜਿਨ੍ਹਾਂ ਨੂੰ ਮੈਂ ਰਾਜਨੀਤੀ ਦੇ ਵਿੱਚ ਕਿਸੇ ਨੂੰ ਮੈਂ ਅਕਾਲੀ ਦਲ ਦੇ ਵਿੱਚ ਲਿਆਂਦਾ,
ਕਿਸੇ ਨੂੰ ਮੈਂ ਕਈ ਰੁਤਬਿਆਂ ਤੇ ਬਿਠਾਇਆ। ਬੁੱਟਰ ਜੀ, ਕੱਲ ਬਟਾਲਾ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ, ਪੰਜਾਬ ਦੇ ਮਹਾਸਚਿਵ ਬੀਜੇਪੀ ਦੇ ਮਹਾਸਚਿਵ ਜੀਵਨ ਗੁਪਤਾ ਜੀ ਪਹੁੰਚਦੇ ਨੇ। ਉਹ ਸਿਰਫ ਰਾਕੇਸ਼ ਭਾਟੀਆ ਜੀ ਦੇ ਨਾਲ ਗੱਲਬਾਤ ਕਰਦੇ ਨੇ ਕਿ ਜਾਂ ਤੁਹਾਡਾ ਵੀ ਕੋਈ ਪੱਖ ਜਾਣਿਆ ਗਿਆ? ਜੇ ਪੱਖ ਜਾਣਿਆ ਗਿਆ ਤਾਂ ਉਹਦੇ 'ਚ ਕੀ ਗੱਲਬਾਤ ਹੋਈ ਹੈ? ਮੈਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦਾ, 1 ਮਿੰਟ ਹੋਲਡ ਰੱਖਿਓ ਜੀ। ਹਾਂਜੀ ਜੀ ਜੀ। ਮੈਂ ਤੁਹਾਡੇ ਚੈਨਲ ਰਾਹੀਂ ਵੀ ਦੇਖਿਆ, ਲੇਕਿਨ ਮੇਰੇ ਨਾਲ ਇਸ ਵਿਸ਼ੇ ਤੇ ਮੀਡੀਆ ਦੇ ਕਿਸੇ ਵੀ ਵਿਅਕਤੀ ਨੇ ਸਵਾਲ ਨਹੀਂ ਕੀਤਾ ਜੀ। ਤੁਸੀਂ ਮੈਨੂੰ ਇਹ ਸਵਾਲ ਕੀਤਾ ਵਾ, ਲੇਕਿਨ ਕਿਉਂਕਿ ਮੈਂ ਬੜਾ ਜ਼ਿੰਮੇਵਾਰੀ ਦੇ ਨਾਲ ਇਸ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਵਾ ਜੀ। ਪਾਰਟੀ ਦੇ ਜਿਹੜੇ ਸਟੇਟ ਮਹਾਮੰਤਰੀ ਆ ਜੀਵਨ ਗੁਪਤਾ ਜੀ, ਉਹ ਕੱਲ ਬਟਾਲੇ ਆਏ ਸੀਗੇ ਜੀ। ਕੱਲ ਉਹ ਪਾਰਟੀ ਦੇ ਜਿਹੜੇ ਸਾਡੇ ਸਾਬਕਾ MLA ਮੰਤਰੀ ਸੀਗੇ ਜਗਦੀਸ਼ ਸਾਨੀ, ਉਹਨਾਂ ਨੂੰ ਵੀ ਮਿਲੇ ਆ। ਜੀ ਜੀ। ਮੈਨੂੰ ਵੀ ਮਿਲੇ ਆ, ਮੈਨੂੰ ਸਾਨੀ ਜੀ ਵੱਲੋਂ ਬੁਲਾਇਆ ਗਿਆ ਦਫ਼ਤਰ ਦੇ ਵਿੱਚ। ਮੈਂ ਸਾਨੀ ਜੀ ਦੇ ਦਫ਼ਤਰ 'ਚ ਗਿਆ ਵਾਂ ਜੀ। ਮੇਰੇ ਨਾਲ ਸਾਰਾ ਕੁਝ ਉਹਨਾਂ ਨੇ ਗੱਲਬਾਤ ਕੀਤੀ ਜੀ। ਔਰ ਸਾਨੀ ਜੀ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਗਲਤ ਬੰਦੇ ਦਾ ਸਾਥ ਦਿੰਦੇ ਪਏ ਜੇ, ਪਾਰਟੀ ਜਿਹੜੀ ਆ। ਠੀਕ। ਔਰ ਸਥਿਤੀ ਇਹ ਆ ਕਿ ਸਾਰੇ ਪੱਖ ਜਿਹੜੇ ਆ, ਜਿਹੜੀ ਸੀਨੀਅਰ ਲੀਡਰਸ਼ਿਪ ਆ ਸਮੇਤ ਸਾਨੀ ਜੀ, ਅਸੀਂ ਤੇ ਹੋਰ ਕਈ ਲੋਕ, ਉਹਨਾਂ ਦੇ ਸਾਰਿਆਂ ਦੇ ਸਾਹਮਣੇ ਸਾਰੀਆਂ ਗੱਲਾਂ ਹੈਗੀਆਂ ਵਾ ਜੀ। ਇਹ ਕੁੜੀ ਦੇ ਨਾਲ ਮਾੜਾ ਕਰਮ ਵਾਕਿਆ ਹੀ ਹੋਇਆ ਵਾ। ਅਸੀਂ ਇਹਦੇ 'ਚ ਬੁੱਟਰ ਸਾਹਿਬ ਮਾੜਾ ਕਰਮ ਅਸੀਂ ਕਿਹਨੂੰ ਕਹਿੰਦੇ ਆ? ਮਾੜਾ ਕਰਮ ਵੀ ਇੱਕ ਧੱਕਾ ਹੋਣਾ, ਜਾਂ ਮਾੜਾ ਕਰਮ ਅਸੀਂ ਇੱਥੇ ਕਿਸੇ ਹੋਰ ਵੱਡੀ ਗੱਲ ਨੂੰ ਕਹਿ ਸਕਦੇ? ਮਾੜਾ ਕਰਮ ਤੋਂ ਭਾਵ ਕਲੀਅਰ ਕਰ ਦਿਓ। ਪੁਲਿਸ ਕੰਪਲੇਂਟ ਕੁੜੀ ਕਿਉਂ ਦਊਗੀ? ਨਹੀਂ ਪੁਲਿਸ ਦੇ ਕੋਲ ਪਹੁੰਚ ਜਾਊਗੀ ਕੁੜੀ। ਮੈਂ ਕਿਹਾ ਜੀ ਤੁਸੀਂ ਇੱਕ ਜ਼ਿੰਮੇਦਾਰ ਇਨਸਾਨ ਹੋ, 90 ਤੁਲੇ ਲਫ਼ਜ਼ਾਂ 'ਚ ਕੁਝ ਕਹਿ ਰਹੇ ਹੋ। ਅਸੀਂ ਚਾਹੁੰਦੇ ਉਸ ਲਫ਼ਜ਼ਾਂ ਦਾ ਖੁਲਾਸਾ ਕੁਝ ਇਸ ਤਰੀਕੇ ਨਾਲ ਹੋਵੇ ਕਿ ਇਹ ਮਾੜਾ ਕਰਮ। ਕੁੜੀ ਨੇ ਕਿਹਾ ਵਾ ਕਿ ਮੇਰੇ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਹਾਂਜੀ ਠੀਕ ਹੈ ਜੀ, ਬਿਲਕੁਲ ਠੀਕ ਹੋ ਗਏ। ਪੁਲਿਸ ਨੂੰ ਕਿਹਾ ਵਾ ਕੁੜੀ ਨੇ। ਠੀਕ ਹੈ ਜੀ। ਔਰ ਸਾਰੇ ਸਬੂਤ ਸਾਰਾ ਕੁਝ ਪੁਲਿਸ ਨੂੰ ਕੁੜੀ ਨੇ ਦੇ ਦਿੱਤਾ ਵਾ ਜੀ। ਇਹ ਸਾਰੀ ਗੱਲਬਾਤ ਜਦੋਂ ਕੱਲ ਪ੍ਰਦੇਸ਼ ਦੇ ਮਹਾਮੰਤਰੀ ਜੀ ਨੂੰ ਧਿਆਨ 'ਚ ਲਿਆਂਦੀ ਗਈ ਸਾਰਾ ਕੁਝ, ਉਹ ਵੀ ਇਸ ਗੱਲ ਨੂੰ ਸੁਣ ਕੇ ਬਹੁਤ ਹੈਰਾਨ ਹੋਏ। ਜੀ। ਬੁੱਟਰ ਸਾਹਿਬ, ਇਸ ਸਾਰੇ ਮਾਮਲੇ ਨੂੰ ਇਸ ਤੋਂ ਪਹਿਲਾਂ ਕਿ ਅਸੀਂ, ਕਿਉਂਕਿ ਅੱਜ ਦਾ ਪੱਖ ਅਸੀਂ ਜਾਣਨਾ ਚਾਹੁੰਦੇ ਹਾਂ ਸਿਰਫ ਯਾਦਵਿੰਦਰ ਬੁੱਟਰ ਦੇ ਜੋ ਆਉਣ ਵਾਲਾ ਖਤਰਾ ਜੋ ਮੰਡਰਾ ਰਿਹਾ, ਸਾਨੂੰ ਦਿਖਾਈ ਦੇ ਰਿਹਾ ਜਾਂ ਮਹਿਸੂਸ ਹੋ ਰਿਹਾ, ਅਸੀਂ ਉਹਨੂੰ ਲੈ ਕੇ ਗੱਲ ਕਰਨੀ ਚਾਹੁੰਦੇ ਹਾਂ। ਕਿਉਂਕਿ ਬਹੁਤ ਸਾਰੇ ਕਮੈਂਟ ਐਸੇ ਆਏ ਨੇ ਕਿ ਬੀਜੇਪੀ ਦੇ ਵਿੱਚ ਸਿੱਖ ਚਿਹਰੇ ਨੇ, ਜੇ ਕੋਈ ਅੱਗੇ ਵੱਧ ਰਹੇ ਨੇ, ਚਮਕ ਰਹੇ ਨੇ, ਤਾਂ ਉਹਨਾਂ ਸਿੱਖ ਚਿਹਰਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਕਿਹਾ ਤੇ ਜਾਂਦਾ ਵੀ ਸਿੱਖ ਸਾਡੇ ਭਰਾ ਨੇ, 9 ਮਾਸ ਦਾ ਰਿਸ਼ਤਾ ਹੈ, ਪਰ ਇਹ ਕਹਿੰਦੇ ਬਿਲਕੁਲ ਅੱਡ ਅੱਡ ਹੈ। ਇਹਦੇ 'ਚ ਕੀ ਸੱਚਾਈ ਹੈ? ਮੈਂ ਕੱਲ ਜੀਵਨ ਗੁਪਤਾ ਜੀ ਨੂੰ ਇਹੋ ਹੀ ਗੱਲ ਕਹੀ ਆ, ਹੂਬਹੂ ਇਹੋ ਗੱਲ ਕਹੀ ਆ ਕਿ ਗੁਪਤਾ ਜੀ, ਤੁਸੀਂ ਬਿਨਾਂ ਪੱਖ ਸਮਝੇ ਤੋਂ ਉਸ ਮੁੰਡੇ ਨੂੰ ਤੁਸੀਂ ਜਿਹੜਾ ਪੱਖ ਉਹਦਾ ਰੱਖਿਆ, ਉਹਨੂੰ ਕਲੀਨ ਚਿੱਟ ਦਿੱਤੀ ਆ ਨਾ, ਇਹਦੇ ਨਾਲ ਮੇਰੇ ਮਨ 'ਚ ਮਹਿਸੂਸ ਹੋਇਆ ਵਾ ਕਿ ਮੈਂ ਦੂਜੀਆਂ ਪਾਰਟੀਆਂ 'ਚ, ਮੈਂ ਇਸ ਤੋਂ ਬਾਅਦ ਮੈਂ ਪੀਪਲ ਪਾਰਟੀ ਦਾ ਜਨਰਲ ਸੈਕਟਰੀ ਸੀਗਾ ਮਨਪ੍ਰੀਤ ਬਾਦਲ ਦੇ ਨਾਲ ਜੀ। 5 ਸਾਲ ਮੈਂ ਰਿਹਾ ਸਟੇਟ ਦਾ ਜਨਰਲ ਸੈਕਟਰੀ। ਤੇ ਉਸ ਤੋਂ ਬਾਅਦ ਮੈਂ ਜਦੋਂ ਤੁਹਾਡੀ ਪਾਰਟੀ 'ਚ ਆਇਆ, ਤੁਸੀਂ ਮੈਨੂੰ, ਮੈਂ ਸ਼ੇਰਾਂ ਦੀ ਕੌਮ ਦਾ ਬੰਦਾ, ਤੇ ਤੁਸੀਂ ਮੈਨੂੰ ਬੱਕਰੀ ਦੀ ਖਲ ਬਣਾ ਕੇ ਰੱਖਿਆ। 6-7 ਸਾਲ ਹੋ ਗਏ ਤੁਸੀਂ ਮੈਨੂੰ ਕਾਰਜਕਾਰਨੀ 'ਚ ਪਾ ਕੇ ਰੱਖਿਆ। ਤੁਸੀਂ ਮੈਨੂੰ ਪਾਰਟੀ 'ਚ ਕੋਈ ਜ਼ਿੰਮੇਵਾਰੀ ਅਹੁਦਾ ਨਹੀਂ ਦਿੱਤਾ, ਤੁਸੀਂ ਮੈਨੂੰ ਪਾਰਟੀ ਦੀ ਜ਼ਿੰਮੇਵਾਰੀ ਦਾ ਕੋਈ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ। ਭਾਵੇਂ ਪਹਿਲਾਂ ਕੋਈ ਵੀ ਪ੍ਰਧਾਨ ਰਿਹਾ, 6-7 ਸਾਲਾਂ 'ਚ ਇਸ ਪਾਰਟੀ ਨੇ ਮੈਨੂੰ ਮੇਰੀ ਆਵਾਜ਼ ਨੂੰ ਦਬਾ ਕੇ ਰੱਖਿਆ, ਮੇਰੇ ਰਾਜਨੀਤਿਕ ਕੈਰੀਅਰ ਨੂੰ ਰੋਕ ਕੇ ਰੱਖਿਆ। ਮੈਂ ਟੈਲੀਵਿਜ਼ਨਾਂ ਤੇ ਡਿਬੇਟਾਂ ਚਾਹੁੰਦਾ ਸੀ, ਮੈਨੂੰ ਉਸ ਡਿਬੇਟਾਂ 'ਚ ਜਾਣ ਵਾਸਤੇ ਰੋਕ ਦਿੱਤਾ ਗਿਆ ਵੀ ਤੂੰ ਇਸ ਪ੍ਰੋਗਰਾਮਾਂ ਦੇ ਵਿੱਚ ਭਾਈਵਾਲ ਹਿੱਸਾ ਨਹੀਂ ਲੈਣਾ। ਤੁਹਾਡੇ ਚਿਹਰੇ ਤੇ ਸਿਰਫ ਪੱਗ ਸੀ, ਇਸ ਕਰਕੇ ਤੁਸੀਂ, ਇੱਕ ਤੁਹਾਡੇ ਨਾਂ ਦੇ ਮਗਰ ਸਿੰਘ ਆਉਂਦਾ ਸੀ, ਇਸ ਕਰਕੇ ਤੁਹਾਡੇ ਚਿਹਰੇ ਦੇ ਉੱਤੇ ਜਿਹੜਾ ਦਾੜਾ ਪ੍ਰਕਾਸ਼ ਸੀ, ਸਿਰਫ ਇਸ ਕਰਕੇ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਈਆਂ ਕਿ ਜਾਂ ਕੋਈ ਚਮਚੀ ਜਿੱਦਾਂ ਲੂਣ ਮਿਰਚ ਮਸਾਲਾ ਜਰਾ ਕੁ ਵੱਧ ਲਾਣਾ ਹੁੰਦਾ, ਤੁਸੀਂ ਉਹ ਨਹੀਂ ਲਾ ਸਕੇ? ਕਿੱਥੇ ਕਮੀ ਸੀ? ਨਹੀਂ ਜੀ, ਦੋ ਹੀ ਗੱਲਾਂ ਜੀ। ਨਾ ਤੇ ਮੈਂ ਇਹਨਾਂ ਲੀਡਰਾਂ ਦੀ ਹਾਜ਼ਰੀ ਭਰਦਾ ਵਾਂ, ਮੈਂ ਲੋਕ ਮੁੱਦਿਆਂ ਦੀ ਗੱਲ ਕਰਦਾ, ਮੈਂ ਚਮਚਾ ਬਣ ਕੇ ਸਿਆਸਤ ਨਹੀਂ ਕਰਦਾ ਲੀਡਰਾਂ ਦੀ ਜੀ। ਮੈਂ ਲੋਕਾਂ ਹਿੱਤਾਂ ਦੀ ਗੱਲ ਕਰਨ ਵਾਲਾ ਵਿਅਕਤੀ ਆ। ਮੇਰੀ ਇੱਕ ਆਪਣੀ ਪਹਿਚਾਣ ਹੈਗੀ ਆ, ਮੈਂ ਆਪਣੀ ਜ਼ਿੰਦਗੀ ਲੋਕਾਂ ਦੀ ਵਾਸਤੇ ਆਪਣਾ ਜੀਵਨ ਲਾਇਆ ਹੋਇਆ ਵਾ। ਜੀ 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 ਜੀ। ਬੁੱਟਰ ਸਾਹਿਬ, ਬੁੱਟਰ ਸਾਹਿਬ, ਦੁਕਾਨਾਂ ਤੇ ਬਹਿ ਕੇ ਹਾਜ਼ਰੀ ਭਰ ਕੇ ਇਹਨਾਂ ਦੀਆਂ ਚਾਪਲੂਸੀਆਂ ਕਰਕੇ ਸਿਆਸਤ ਨਹੀਂ ਕਰਨੀ। ਤੁਹਾਡੀ ਇਹ ਨਿਡਰਤਾ ਦਾ ਕਿਤੇ ਖਮਿਆਜ਼ਾ ਨਾ ਭੁਗਤਣਾ ਪੈ ਜਾਵੇ ਤੁਹਾਨੂੰ ਵੱਡਾ? ਕਿਸ ਗੱਲ ਦਾ ਖਮਿਆਜ਼ਾ? ਕਿਸ ਗੱਲ ਦਾ ਖਮਿਆਜ਼ਾ? ਮੈਂ ਇਹਨਾਂ ਨੂੰ ਕਹਿਤੀ ਹੋਈ ਹੈ ਗੱਲ, ਮੈਂ ਕਹਿਤੀ ਹੋਈ ਹੈ ਇਹਨਾਂ ਨੂੰ ਗੱਲ। ਹਾਂ, ਦਿੱਲੀ ਦੇ ਵਿੱਚ ਮੇਰੀ ਸੁਣਵਾਈ ਹੈਗੀ ਆ, ਪੰਜਾਬ ਦੇ ਵਿੱਚ ਮੈਨੂੰ ਇਨਸਾਫ ਨਹੀਂ ਦਿੰਦੇ। ਜੀ ਜੀ ਜੀ। ਬੀਜੇਪੀ ਦੇ ਵਿੱਚ ਮੇਰੀ ਪੂਰੀ ਸੁਣਵਾਈ ਹੈਗੀ ਆ। ਤੁਹਾਡੇ ਚਾਹਣ ਵਾਲੇ ਜਿਹੜੇ ਯਾਦਵਿੰਦਰ ਬੁੱਟਰ ਦੇ ਨਾਲ ਚਟਾਨ ਵਾਂਗੂ ਖੜੇ ਨੇ,
ਉਹਨਾਂ ਨੂੰ ਤੁਸੀਂ ਕੀ ਭਰੋਸਾ ਦਿੰਦੇ ਹੋ? ਉਹਨਾਂ ਨੂੰ ਇਸ ਸਾਰੇ ਜੋ ਮਸਲਾ ਹੈ ਇਹਦੇ ਬਾਰੇ ਕੀ ਕਹਿੰਦੇ ਹੋ? ਚੰਦ ਲਫ਼ਜ਼ਾਂ ਦੱਸਿਓ ਕਿਉਂਕਿ ਟਾਈਮ ਦੀ ਉਨੀ ਸ਼ਾਰਟੇਜ ਹੈ। ਮੈਂ ਤੇ ਇੱਕੋ ਗੱਲ ਕਹੂੰਗਾ ਕਿ ਮੇਰੇ ਨਾਲ ਜੁੜੇ ਹੋਏ ਲੋਕਾਂ ਨੂੰ ਪਤਾ ਵਾ ਵੀ ਯਾਦਵਿੰਦਰ ਬੁੱਟਰ ਹਮੇਸ਼ਾ ਨਿਰਦਰਤਾ ਦੇ ਨਾਲ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ ਰਿਹਾ ਵਾ। ਇਹ ਪੜ੍ਹਿਆ ਲਿਖਿਆ ਵਿਅਕਤੀ ਆ, ਇਹ ਕੋਈ ਅਨਪੜ੍ਹ ਵਿਅਕਤੀ ਨਹੀਂ ਹੈਗਾ। ਇਹ ਸਾਰੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਸਟੈਂਡ ਲੈਂਦਾ ਵਾ। ਜੀ 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 ਅੜ ਗਿਆ ਵਾ ਕਿ ਇਹਨੇ ਸਟੈਂਡ ਲਿਆ ਵਾ ਤੇ ਕੁਛ ਨਾ ਕੁਛ ਇਹਦੇ ਮਗਰ ਸੱਚਾਈ ਹੋਣੀ ਆ, ਕਿਉਂਕਿ ਮੈਂ ਬੜੀਆਂ ਜ਼ਿੰਦਗੀ ਦੀਆਂ ਲੜਾਈਆਂ ਲੜ ਕੇ ਟੈਂਪਰਰੀ ਤੇ ਜ਼ਰੂਰ ਮੈਨੂੰ ਲੋਕ ਕਹਿੰਦੇ ਆ ਵੀ ਹਟ ਗਿਆ, ਲੇਕਿਨ ਅਖੀਰ ਦੀ ਬਾਜੀ ਦੀ ਜਿੱਤ ਹਮੇਸ਼ਾ ਜ਼ਿੰਦਗੀ 'ਚ ਰੱਬ ਨੇ ਮੇਰੀ ਕਰਾ ਦਿੱਤੀ ਆ। ਬਿਲਕੁਲ ਬਿਲਕੁਲ ਜੀ, ਦੋਸਤਾਂ ਨੂੰ ਸਮਰਥਕਾਂ ਨੂੰ ਪਤਾ ਵਾ ਕਿ ਇਸ ਲੜਾਈ ਦੇ ਵਿੱਚੋਂ ਵੀ ਮੈਂ ਸਾਫ਼ ਸੁਥਰਾ ਨਿਕਲ ਕੇ ਤੇ ਆਪਣੇ ਮੁੱਦਿਆਂ ਨੂੰ ਸੱਚਾ ਸਾਬਤ ਕਰਕੇ ਸਾਬਤ ਹੋਊਗਾ। ਬੁੱਟਰ ਜੀ ਮੰਨ ਲਓ 1%, 99% ਤੁਹਾਡੇ ਜੋ ਤੁਸੀਂ ਕਹਿ ਰਹੇ ਹੋ ਬੜੇ ਕੌਨਫੀਡੈਂਸ ਨਾਲ ਕਹਿ ਰਹੇ ਹੋ, ਸਭ ਜਾਣਦੇ ਆ ਕਿ ਤੁਹਾਡੇ ਕੋਲ ਐਵੀਡੈਂਸ ਹੋਏਗੀ ਤਾਂ ਤੁਸੀਂ ਇਹਨੇ ਕੌਨਫੀਡੈਂਸ ਨਾਲ ਇਹ ਸਾਰੀ ਵਾਰਤਾ ਮੀਡੀਆ ਦੇ ਉੱਪਰ ਨਸ਼ਰ ਕਰ ਰਹੇ ਹੋ। ਮੇਰੇ ਕੋਲ 1,00,000% ਐਵੀਡੈਂਸ ਹੈਗੇ ਆ, 1,00,000%, 1000%, 100% ਨਹੀਂ, 1,00,000% ਐਵੀਡੈਂਸ ਹੈਗੇ ਆ ਜੀ। ਉਸ ਦੇ ਬਾਅਦ ਵੀ ਯਾਦਵਿੰਦਰ, ਜੇ ਇਸ ਇੰਨੇ ਐਵੀਡੈਂਸ ਦੇ ਬਾਵਜੂਦ ਯਾਦਵਿੰਦਰ ਬੁੱਟਰ ਦੀ ਦਿੱਲੀ ਦਰਬਾਰ 'ਚ ਵੀ ਸੁਣਵਾਈ ਨਹੀਂ ਹੁੰਦੀ ਤਾਂ ਕੀ 2022 ਦੇ ਵਿੱਚ ਯਾਦਵਿੰਦਰ ਬੁੱਟਰ ਕਿਸੇ ਹੋਰ ਪਾਰਟੀ ਦੇ ਜਹਾਜ਼ 'ਚ ਚੜ੍ਹੇਗਾ ਜਾਂ ਇਸੇ ਪਾਰਟੀ 'ਚ ਰਹਿ ਕੇ ਅਹਿਸਾਸ ਕਰਾਏਗਾ ਆਪਣੇ ਨਾਲ ਹੋਈ ਬੇਇਨਸਾਫੀ ਦਾ? ਦੇਖੋ, ਦੋ ਗੱਲਾਂ ਬਿਲਕੁਲ ਸਾਫ਼ ਆ ਵੀ ਯਾਦਵਿੰਦਰ ਬੁੱਟਰ ਨੂੰ ਜਿਹੜਾ ਵਾ ਇਨਸਾਫ ਲੈਣਾ ਆਉਂਦਾ ਵਾ ਤੇ ਲੋਕਾਂ ਨੂੰ ਇਨਸਾਫ ਦਿਵਾਉਣਾ ਆਉਂਦਾ ਵਾ। ਦੋ ਗੱਲਾਂ ਸਿੱਧੀਆਂ ਵਾ। ਠੀਕ ਹੈ। ਪੰਜਾਬ 'ਚ ਮੇਰੀ ਸੁਣਵਾਈ ਨਹੀਂ ਹੋਊਗੀ, ਮੈਨੂੰ ਕੋਈ ਦਿੱਕਤ ਨਹੀਂ, ਲੇਕਿਨ ਮੈਨੂੰ 100% ਯਕੀਨ ਆ ਵੀ ਦਿੱਲੀ ਦੇ ਵਿੱਚ ਮੇਰੀ ਸੁਣਵਾਈ ਹੋਊਗੀ। 1000% ਯਕੀਨ ਆ ਕਿ ਦਿੱਲੀ ਦੇ ਵਿੱਚ ਮੇਰੀ ਸੁਣਵਾਈ ਹੋਊਗੀ। ਬਿਲਕੁਲ ਬਿਲਕੁਲ ਜੀ, ਥੈਂਕ ਯੂ ਸੋ ਮਚ। ਜੀ ਧੰਨਵਾਦ। ਮੈਂ ਇਸੇ ਪਾਰਟੀ 'ਚ ਆਪਣਾ ਰਾਜਨੀਤਿਕ ਜੀਵਨ ਦਿੱਤਾ ਵਾ ਹੁਣ ਤੇ ਇਸੇ ਪਾਰਟੀ ਤੱਕ ਰਹਿਣਾ। ਪਾਰਟੀ ਮੈਨੂੰ ਝੱਲੇ ਨਾ ਝੱਲੇ, ਮੈਂ ਆਪਣੀਆਂ ਸੇਵਾਵਾਂ ਜਿਹੜੀਆਂ ਵਾ ਦੇਸ਼ ਦੇ ਪ੍ਰਤੀ ਤੇ ਦੇਸ਼ ਦੇ ਲੋਕਾਂ ਦੇ ਮੁੱਦਿਆਂ ਦੇ ਹੱਕਾਂ ਦੇ ਪ੍ਰਤੀ ਲੈਣ ਵਾਲੀ ਜਿਹੜੀ ਵੀ ਪਾਰਟੀ ਹੋਊਗੀ, ਮੈਂ ਉਹਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਰਹੂੰ। ਜੀ, ਯਾਦਵਿੰਦਰ ਬੁੱਟਰ ਦਾ ਇਹੀ ਕਹਿਣਾ ਹੈਗਾ ਕਿ ਜੇਕਰ ਲੋਅਰ ਕੋਰਟ ਦੇ ਵਿੱਚ ਮੰਨ ਲਓ ਕਿ ਤੁਹਾਡੇ ਹੱਕ 'ਚ ਫੈਸਲਾ ਨਹੀਂ ਹੋ ਸਕਿਆ ਤਾਂ ਉਸ ਦੇ ਬਾਅਦ ਹਾਈ ਕੋਰਟ ਹੈ, ਉਸ ਦੇ ਬਾਅਦ ਸੁਪਰੀਮ ਕੋਰਟ ਹੁੰਦੀ ਹੈ। ਕਹਿਣ ਤੋਂ ਭਾਵ ਹੈ ਕਿ ਪਾਰਟੀਆਂ ਜੇਕਰ ਸਟੇਟ ਲੈਵਲ 'ਤੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਕੇਂਦਰ ਲੈਵਲ ਦੇ ਉੱਤੇ ਸੁਣਵਾਈ ਜਿਹੜੀ ਹੈ ਉਹ ਹੋ ਜਾਂਦੀ ਹੈ। ਸੋ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਇਨਸਾਫ ਨਹੀਂ ਹੋਇਆ, ਉਸ ਮਹਿਲਾ ਦੇ ਨਾਲ ਇਨਸਾਫ ਬਿਲਕੁਲ ਨਹੀਂ ਹੋਇਆ, ਪਰ ਇਹ ਵੀ ਗਾਰੰਟੀ ਦੇ ਨਾਲ ਉਹ ਗੱਲ ਕਹਿ ਰਹੇ ਨੇ ਕਿ ਉਹਨਾਂ ਕੋਲ 100% ਨਹੀਂ, 1000% ਨਹੀਂ, 1,00,000% ਐਸੇ ਪੱਕੇ ਸਬੂਤ ਨੇ ਜੋ ਕਿਸੇ ਆਰੋਪੀ ਨੂੰ, ਜਿਨ੍ਹਾਂ 'ਤੇ ਆਰੋਪ ਲਗਾ ਰਹੇ ਨੇ, ਉਹਨੂੰ ਸਾਬਤ ਕਰਨਗੇ ਕਿ ਉਹ ਗੁਨਾਹਗਾਰ ਹੈ। ਪਰ ਇਹਦੇ ਨਾਲ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਉਹ ਇਹ ਪਾਰਟੀ ਨੂੰ ਕਦੇ ਵੀ ਛੱਡਣਗੇ ਨਹੀਂ। ਉਹ ਇਸੇ ਪਾਰਟੀ ਦੇ ਵਿੱਚ 21 ਸਾਲ ਤੋਂ ਜਨਮੇ ਨੇ ਔਰ ਉਸ ਤੋਂ ਬਾਅਦ ਆਖਰੀ ਸਵਾਸ ਤੱਕ ਇਸ ਪਾਰਟੀ ਦੀ ਦੇਸ਼ ਦੀ ਸੇਵਾ ਕਰਨਗੇ ਔਰ ਦਿੱਲੀ ਦਰਬਾਰ ਤੇ ਇਹਨਾਂ ਨੂੰ ਪੂਰਨ ਭਰੋਸਾ, ਹਾਈ ਕਮਾਂਡ ਤੇ ਪੂਰਨ ਭਰੋਸਾ ਹੈ ਕਿ ਜਦ ਉਹਨਾਂ ਦੇ ਸਾਹਮਣੇ ਸਬੂਤ ਰੱਖਣਗੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਸੋ ਯਾਦਵਿੰਦਰ ਬੁੱਟਰ ਜੀ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਨਾਲ ਜੋ ਤੁਸੀਂ ਆਵਾਜ਼ ਬੁਲੰਦ ਕੀਤੀ ਹੈ, ਇਸ ਆਵਾਜ਼ ਦੇ ਨਾਲ ਇਨਸਾਫ ਹੋਵੇ, ਤੁਹਾਡੇ ਨਾਲ ਇਨਸਾਫ ਹੋਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਇਹ ਖੁਲਾਸਾ ਕਰ ਸਕੀਏ, ਆਪਣੇ ਦਰਸ਼ਕਾਂ ਨੂੰ ਦੱਸ ਸਕੀਏ ਕਿ ਆਖਿਰ ਕੌਣ ਸੀ ਜਿਹਨੇ ਯਾਦਵਿੰਦਰ ਬੁੱਟਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ, ਕੌਣ ਸੀ ਜਿਹੜਾ ਯਾਦਵਿੰਦਰ ਬੁੱਟਰ ਦੇ ਰਾਹ ਦੇ ਵਿੱਚ ਖੂਹ ਨਹੀਂ, ਇਸ ਤੋਂ ਵੱਡੇ ਸਮੁੰਦਰ ਜਿਹੜੇ ਸੀ ਉਹ ਆਪਣੇ ਪੁੱਟਦਾ ਰਿਹਾ। ਸੋ ਅਸੀਂ ਜ਼ਰੂਰ ਦੱਸਾਂਗੇ ਕਿ ਕਿਵੇਂ ਯਾਦਵਿੰਦਰ ਬੁੱਟਰ ਆਗ ਦਾ ਦਰਿਆ ਤੈਰ ਕੇ ਪਾਰ ਕਰਕੇ ਇਨਸਾਫ ਤੇ ਹੱਕ ਸੱਚ ਦੀ ਲੜਾਈ ਨੂੰ ਜਿੱਤਿਆ। ਬਾਬਾ ਬੁੱਟਰ ਜੀ, ਧੰਨਵਾਦ। ਇੱਕ ਗੱਲ ਦੱਸਣੀ ਚਾਹੁੰਦਾ ਲਾਸਟ ਵਿੱਚ ਤੁਹਾਨੂੰ। ਜੀ ਜੀ, ਜਦੋਂ ਜੰਗ ਲੱਗਦੀ ਆ ਤੇ ਫੌਜਾਂ ਸਾਹਮਣੇ ਖਲੋਂਦੀਆਂ ਵਾ ਤੇ ਤੋਪਾਂ ਗੱਡੀਆਂ ਜਾਂਦੀਆਂ, ਮੈਂ ਆਪਣੇ ਵੱਲੋਂ ਜੰਗ ਸ਼ੁਰੂ ਕੀਤੀ ਆ ਤੇ ਤੋਪਾਂ ਦੀਆਂ ਸਿਰਫ ਅਜੇ ਤਰਪਾਲਾਂ ਉਤਾਰੀਆਂ ਵਾ ਜੀ। ਤੋਪਾਂ ਮੇਰੇ ਕੋਲ ਹੈਗੀਆਂ ਵਾ ਸਾਰੀਆਂ, ਰਿਫਲੀਆਂ ਵੀ ਹੈਗੀਆਂ ਤੇ ਗਜਨਾਂ ਵੀ ਹੈਗੀ ਆ। ਠੀਕ, ਤੋਪਾਂ ਦੀਆਂ ਤਰਪਾਲਾਂ ਉਤਾਰੀਆਂ ਵਾ ਔਰ ਮੈਂ ਜਦੋਂ ਗੋਲੇ ਦਾਗੂੰਗਾ, ਜਦੋਂ ਮੇਰੇ ਗੋਲੇ ਡਿੱਗਣਗੇ, ਕਈ ਦਰਬਾਰ ਹਿੱਲਣਗੇ। ਮੇਰੇ ਗੱਡੇ ਜਦੋਂ ਮੈਂ ਤੋਪਾਂ ਦੇ ਗੋਲੇ ਛੱਡੂੰਗਾ ਨਾ, ਕਈਆਂ ਦੇ ਧੜ ਲੱਥਣਗੇ। ਇਹ ਮੈਂ ਬੜੀ ਜ਼ਿੰਮੇਵਾਰੀ ਨਾਲ ਤੁਹਾਨੂੰ ਇਸ ਗੱਲ ਦੀ ਜਵਾਬ ਦਿੰਦਾ ਪਿਆ ਵਾਂ। ਅਸੀਂ ਉਮੀਦ ਰੱਖਾਂਗੇ ਕਿ ਇੱਥੋਂ ਤੱਕ ਨੌਬਤ ਨਾ ਆਵੇ, ਤੁਹਾਡੇ ਨਾਲ ਗੱਲਬਾਤ ਜ਼ਰੂਰ ਹੋਵੇ, ਕਿਉਂਕਿ ਜਿਸ ਪਾਰਟੀ ਦੇ ਵਿੱਚ ਅਸੀਂ ਜਨਮੇ ਹੋਈਏ ਤਾਂ ਕੱਲ ਸਾਨੂੰ, ਕਿਉਂਕਿ ਗੁਪਤਾ ਜੀ ਨੇ ਵੀ ਇਹੀ ਗੱਲ ਦੱਸੀ, ਮਹਾਸਚਿਵ ਨੇ, ਮੈਂ ਸੀ ਉਹਨਾਂ ਨੂੰ ਪੁੱਛਿਆ ਜੀ ਪਾਰਟੀ ਕੀ ਹੁੰਦੀ ਹੈ, ਉਹਨਾਂ ਨੇ ਕਿਹਾ ਕਿ ਵਰਕਰਾਂ ਲਈ ਮਾਂ ਹੁੰਦੀ ਹੈ। ਸੋ ਮਾਂ ਪਾਰਟੀ ਦੇ ਮਾਨ ਸਨਮਾਨ ਨੂੰ ਕਾਇਮ ਰੱਖਣਾ ਯਾਦਵਿੰਦਰ ਜੀ ਹਰੇਕ ਦਾ ਫਰਜ਼ ਹੈ। ਉਮੀਦ ਰੱਖਦੇ ਹਾਂ ਕਿ ਤੁਸੀਂ ਪਾਰਟੀ ਦੇ ਹੱਕ ਸੱਚ ਤੇ ਪਾਰਟੀ ਦੀ ਬੁਲੰਦੀ ਲਈ, ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਤੁਸੀਂ ਹਮੇਸ਼ਾ ਜਿਵੇਂ ਕੁਰਬਾਨੀਆਂ ਦਿੰਦੇ ਆਏ ਹੋ, ਅੱਗੇ ਵੀ ਇਸੇ ਹੀ ਤਰ੍ਹਾਂ ਨਿਸ਼ਠਾ ਦੇ ਨਾਲ ਤੁਸੀਂ ਦੇਸ਼ ਦੀ ਸੇਵਾ ਕਰੋਗੇ ਔਰ ਪਾਰਟੀ ਹਾਈਕਮਾਨ
ਉਮੀਦ ਹੈ ਤੁਹਾਡੇ ਹਰ ਇੱਕ ਪੱਖ ਨੂੰ ਸੁਣੇਗੀ ਔਰ ਤੁਹਾਡੇ ਨਾਲ ਇਨਸਾਫ ਕਰੇਗੀ। ਧੰਨਵਾਦ ਬੁੱਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਥੈਂਕ ਯੂ। ਜੀ ਸਾਡੇ ਨਾਲ ਜੁੜੇ ਨੇ ਬਟਾਲਾ ਜ਼ਿਲ੍ਹਾ ਤੋਂ ਪ੍ਰਭਾਰੀ ਨਰੇਸ਼ ਜੀ। ਨਰੇਸ਼ ਜੀ, ਸਵਾਗਤ ਹੈ ਜੀ ਆਪ ਜੀ ਦਾ ਬਹੁਤ ਬਹੁਤ। ਮਿਹਰਬਾਨੀ ਜੀ, ਧੰਨਵਾਦ ਜੀ। ਨਰੇਸ਼ ਜੀ, ਇਸ ਵੇਲੇ ਜੋ ਬਟਾਲਾ ਦੇ ਵਿੱਚ ਇੱਕ ਮਾਮਲਾ ਗਰਮਾਇਆ ਹੋਇਆ ਹੈ, ਉਹਦੇ ਦੌਰਾਨ ਹੀ ਤੁਹਾਡੀ ਹੀ ਪਾਰਟੀ ਦੇ ਇੱਕ ਕਦਾਵਰ ਨੇਤਾ ਯਾਦਵਿੰਦਰ ਸਿੰਘ ਬੁੱਟਰ, ਉਹਨਾਂ ਨੇ ਦਾ TVNRI ਦੇ ਮੋਬਾਈਲ ਤੇ ਸਾਡੀ ਜੋ ਇੰਟਰਵਿਊ ਉਹਦੇ ਦੌਰਾਨ ਇੱਕ ਗੱਲ ਕੀਤੀ ਹੈ ਫੋਨ ਦੇ ਉੱਤੇ, ਔਰ ਉਹਨਾਂ ਦਾ ਕਹਿਣਾ ਹੈ ਕਿ BJP ਪਾਰਟੀ ਦੇ ਵਿੱਚ ਜਿਸ ਤਰ੍ਹਾਂ ਕੇਜਰੀਵਾਲ ਵੱਲੋਂ ਸਿੱਖ ਚਿਹਰਿਆਂ ਦਾ ਜਿਸ ਤਰ੍ਹਾਂ ਵਿਤਕਰਾ ਕੀਤਾ ਜਾ ਰਿਹਾ, ਕੀ BJP ਦੇ ਵਿੱਚ ਇਸ ਤਰ੍ਹਾਂ ਕੋਈ ਵਿਤਕਰਾ ਹੋ ਰਿਹਾ? ਭਾਰਤੀ ਜਨਤਾ ਪਾਰਟੀ ਦੀ ਇੱਕ ਸਾਰੇ ਹੀ ਧਰਮਾਂ ਦਾ ਮਾਨ ਸਨਮਾਨ ਕਰਨ ਵਾਲੀ ਪਾਰਟੀ ਹੈ ਜੀ, ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਹੋਣ ਦੇ ਨਾਤੇ ਮੈਨੂੰ ਇਸ ਗੱਲ ਦਾ ਬਚਪਨ ਤੋਂ ਹੀ ਮਾਣ ਹੈ ਕਿ ਮੈਂ ਉਸ ਪਾਰਟੀ ਦਾ ਨੇਤਾ ਹਾਂ ਜਿਸ ਪਾਰਟੀ ਦੇ ਅੰਦਰ ਹਿੰਦੂ, ਸਿੱਖ, ਮੁਸਲਿਮ, ਈਸਾਈ ਹਰੇਕ ਧਰਮ ਦੇ ਲੋਕ ਜਿਹੜੇ ਹੈ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਹੈ ਜੀ। ਔਰ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਹੈ, ਇਹ ਸਾਰਿਆਂ ਦੇ ਸਾਹਮਣੇ ਹੈ ਕਿ ਕੋਈ ਵੀ ਤੁਸੀਂ ਪੰਜਾਬ ਦੇ ਅੰਦਰ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਵੀ ਜਾਂ ਦੇਸ਼ ਦੀ ਰਾਜਨੀਤੀ ਦੇ ਅੰਦਰ ਵੀ ਦੇਖੋਗੇ ਤੁਸੀਂ ਕਿ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਦੇ ਅੰਦਰ ਔਰ ਬੜੇ ਬੜੇ ਕਦਾਵਰ ਜਿਹੜੇ ਪਦ ਨੇ ਉਹਨਾਂ ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹਰੇਕ ਸਮੁਦਾਇ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ, ਚਾਹੇ ਉਹ ਮੇਰਾ ਸਿੱਖ ਵੀਰ ਹੈ, ਚਾਹੇ ਉਹ ਮੇਰਾ ਮੁਸਲਿਮ ਵੀਰ ਹੈ, ਚਾਹੇ ਉਹ ਮੇਰਾ ਈਸਾਈ ਭਾਈਚਾਰੇ ਦਾ ਵੀਰ ਹੈ, ਸਭ ਨੂੰ ਮਾਨ ਸਨਮਾਨ ਦਿੱਤਾ ਜਾਂਦਾ। ਸੋ ਮੈਨੂੰ ਲੱਗਦਾ ਜੀ ਕਿ ਇਹ ਇਸ ਗੱਲ ਨੂੰ ਐਵੇਂ ਸਿਰਫ ਆਪਣੇ ਨਿੱਜੀ ਫਾਇਦੇ ਵਾਸਤੇ ਕੋਈ ਵਿਅਕਤੀ ਕਹਿ ਰਿਹਾ ਤੇ ਉਹਦਾ ਜਵਾਬ ਉਹ ਆਪ ਦੇ ਸਕਦਾ, ਲੇਕਿਨ ਭਾਰਤੀ ਜਨਤਾ ਪਾਰਟੀ ਦੇ ਅੰਦਰ ਐਸੀ ਕੋਈ ਵੀ द्वेष ਭਾਵਨਾ ਵਾਲੀ ਕੋਈ ਗੱਲ ਨਹੀਂ ਹੈ। ਔਰ ਖਾਸ ਕਰਕੇ ਪੰਜਾਬ ਦੇ ਅੰਦਰ ਇਹ ਜਿਹੜਾ ਸਾਡਾ ਜਿਹੜਾ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਹੈ ਸਾਡਾ 9 ਮਾਸ ਦਾ ਰਿਸ਼ਤਾ ਹੈ, ਔਰ ਤੁਸੀਂ ਦੇਖੋ ਕਿ ਸਾਡੇ ਹਿੰਦੂ ਪਰਿਵਾਰਾਂ ਦੀਆਂ ਬੇਟੀਆਂ ਸਾਡੇ ਸਿੱਖ ਪਰਿਵਾਰਾਂ ਦੇ ਅੰਦਰ ਉਹਨਾਂ ਦੀ ਸ਼ਾਦੀ ਹੋਈ ਹੈ, ਔਰ ਸਿੱਖਾਂ ਦੇ ਜਿਹੜੇ ਸਾਡੇ ਸਿੱਖ ਵੀਰ ਨੇ ਉਹਨਾਂ ਦੇ ਪਰਿਵਾਰਾਂ ਦੀਆਂ ਬੇਟੀਆਂ ਸਾਡੇ ਘਰਾਂ ਦੇ ਵਿੱਚ ਮਤਲਬ ਐਡੇ ਅਟੂਟ ਸੰਬੰਧ ਨੇ ਕਿ ਇਹਨੂੰ ਮਤਲਬ ਕੋਈ ਤੋੜ ਨਹੀਂ ਆ ਸਕਦਾ। ਔਰ ਮੈਨੂੰ ਲੱਗਦਾ ਕਿ ਵੀ ਇਹ ਇਹੋ ਜਿਹੀਆਂ ਗੱਲਾਂ ਕਰਕੇ ਕੋਈ ਇਹ ਸਮਝੇ ਕਿ ਵੀ ਅਸੀਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਏਮ ਹੈ ਜਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਲਕਸ਼ ਹੈ ਸਭ ਨੂੰ ਨਾਲ ਲੈ ਕਰਕੇ ਚੱਲਣ ਦਾ ਔਰ ਇੱਕ ਮੁੱਠ ਔਰ ਇੱਕ ਜੁਟਤਾ ਦੇ ਨਾਲ, ਔਰ ਵਿਸ਼ੇਸ਼ ਕਰਕੇ ਪੰਜਾਬ ਦੇ ਅੰਦਰ ਜਿਹੜਾ ਹਿੰਦੂ ਸਿੱਖ ਭਾਈਚਾਰਾ ਹੈ ਉਹਨੂੰ ਕਿਸੇ ਕੀਮਤ ਤੇ ਤੋੜਿਆ ਨਹੀਂ ਜਾ ਸਕਦਾ। ਸਿੱਖ ਵੀਰ ਸਾਡੇ ਮਤਲਬ ਸਿਰ ਦਾ ਤਾਜ ਨੇ ਔਰ ਅਸੀਂ ਉਹਨਾਂ ਦਾ ਮਾਨ ਸਨਮਾਨ ਕਰਨੇ ਆ ਔਰ ਉਹ ਸਾਡਾ ਮਾਨ ਸਨਮਾਨ ਕਰਦੇ ਆ। ਇਸ ਕਰਕੇ ਮੈਨੂੰ ਲੱਗਦਾ ਕਿ ਇਸ ਰਾਜਨੀਤੀ ਵਿੱਚ ਬਿਲਕੁਲ ਨਹੀਂ ਪੈਣਾ। ਜੀ ਨਰੇਸ਼ ਜੀ, ਤੁਹਾਡਾ ਇਹ ਜੋ ਬਿਆਨ ਤੁਸੀਂ ਦਿੱਤਾ ਜੀ ਇਹ ਬਹੁਤ ਹੀ ਵਿਸ਼ਵਾਸ ਭਰਿਆ ਭਰੋਸੇ ਵਾਲਾ ਬਿਆਨ ਹੈ, ਪਰ ਇਹਦੇ ਨਾਲ ਯਾਦਵਿੰਦਰ ਬੁੱਟਰ ਦੇ ਮਨ 'ਚ ਕਿਉਂ ਆ ਰਿਹਾ? ਔਰ ਕੁਝ ਸੋਸ਼ਲ ਮੀਡੀਆ ਤੇ ਕਮੈਂਟ ਵੀ ਇਸ ਤਰ੍ਹਾਂ ਦੇ ਆ ਰਹੇ ਨੇ ਕਿ ਯਾਦਵਿੰਦਰ ਇੱਕ ਸਿੱਖ ਹੋਣ ਦੇ ਨਾਤੇ BJP ਜਿਹੜੀ ਹੈ ਉਹ ਵਿਤਕਰਾ ਕਰ ਰਹੀ ਹੈ, ਜਾਂ ਇਹ ਕਿਹਾ ਜਾ ਰਿਹਾ ਕਿ BJP ਉਹਦੇ ਵੱਲੋਂ ਉਠਾਏ ਗਏ ਕਦਮ ਨੂੰ ਜਿਹੜੀ ਹੈ ਨਾ ਜੋ ਹੱਕ ਵਾਸਤੇ ਉਹ ਲੜਾਈ ਲੜ ਰਿਹਾ ਉਹਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ। ਇਹ ਕਿਉਂ ਹੈ, ਕਿਹਾ ਜਾ ਰਿਹਾ ਜੀ? ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ, ਦੇਖੋ ਉਹਨਾਂ ਦਾ ਆਪ ਹੀ ਕਹਿਣਾ ਕਿ ਮੈਂ ਪਿਛਲੇ 21 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਕੰਮ ਕਰ ਰਿਹਾ ਜੀ। ਜੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਖਾਸ ਕਰਕੇ ਆਪਣੇ ਸਿੱਖ ਭਾਈਚਾਰੇ ਨੂੰ ਲੈ ਕਰਕੇ ਹੋਵੇ ਤੇ ਕਿਆ ਪਿਛਲੇ 21 ਸਾਲਾਂ ਤੋਂ ਇਹ ਲਗਾਤਾਰ ਪਾਰਟੀ ਦਾ ਕੰਮ ਕਰਦੇ ਆ ਰਹੇ ਆ। ਉਹਨਾਂ ਦਾ ਹੀ ਕਹਿਣਾ ਹੈ ਕਿ ਮੈਂ ਦੂਸਰੀ ਵਾਰੀ ਪ੍ਰਦੇਸ਼ ਕਾਰਜਕਾਰਨੀ ਦਾ ਮੈਂਬਰ ਬਣਿਆ ਜੀ। ਪਾਰਟੀ ਨੇ ਇੰਨਾ ਮਾਨ ਸਨਮਾਨ ਦਿੱਤਾ ਹੈ ਉਹਨਾਂ ਨੂੰ, ਸੋ ਮੈਨੂੰ ਲੱਗਦਾ ਹੈ ਕਿ ਆਪਣੀ ਗੱਲ ਦਾ ਜਵਾਬ ਆਪ ਹੀ ਦੇ ਰਹੇ ਆ। ਮੈਂ ਇਸ ਗੱਲ ਨੂੰ ਬਹੁਤ ਜ਼ਿਆਦਾ ਲੰਬਾ ਨਹੀਂ ਖਿੱਚਣਾ ਚਾਹੁੰਦਾ। ਉਹਨਾਂ ਦਾ ਗਿਲਾ ਨਰੇਸ਼ ਜੀ, ਉਹਨਾਂ ਦਾ ਗਿਲਾ ਕਿਵੇਂ ਠੰਡਾ ਹੋ ਸਕਦਾ? ਜਾਂ ਜਿਵੇਂ ਇਹ ਗੱਲ ਜੇਕਰ ਮੀਡੀਆ ਚਾਹੁੰਦੀ ਹੈ ਤੁਹਾਡੀਆਂ ਵਿਰੋਧੀ ਪਾਰਟੀਆਂ ਇਹ ਹਿੰਦੂ ਸਿੱਖ ਮਾਮਲੇ ਨੂੰ ਫੜ ਵੀ ਸਕਦੀਆਂ ਨੇ, ਹਿੰਦੂ ਸਿੱਖ ਮਾਮਲੇ ਨੂੰ ਲੈ ਕੇ ਤੁਹਾਡੇ ਤੇ ਉਂਗਲ ਚੁੱਕ ਸਕਦੀਆਂ? ਨਹੀਂ, ਮੇਰਾ ਕਹਿਣਾ ਐਸਾ ਹੈ ਜੀ ਕਿ ਮੈਂ ਪਹਿਲਾਂ ਵੀ ਤੁਹਾਨੂੰ ਤੁਹਾਡੀ ਇਸ ਗੱਲ ਦਾ ਜਵਾਬ ਦੇ ਚੁੱਕਾ ਹਾਂ ਕਿ ਸਾਡਾ 9 ਮਾਸ ਦਾ ਰਿਸ਼ਤਾ, ਇਹਨੂੰ ਕਿਸੇ ਵੀ ਤਰ੍ਹਾਂ ਇਹਨੂੰ ਗੱਲਾਂ ਦੇ ਨਾਲ ਇਹਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਰਾਰ ਨਹੀਂ ਆ ਸਕਦੀ ਔਰ ਇਹ ਰਹਿੰਦੀ ਦੁਨੀਆ ਤੱਕ ਰਹੂਗਾ ਜੀ। ਔਰ ਬਾਕੀ ਰਹੀ ਗੱਲ ਉਹਨਾਂ ਦੇ ਆਪਣੀ ਗੱਲ, ਉਹਨਾਂ ਨੂੰ 20 ਤਰੀਕ ਦਾ ਟਾਈਮ ਦਿੱਤਾ ਸਾਡੇ ਪ੍ਰਦੇਸ਼ ਹਾਈ ਕਮਾਂਡ ਨੇ ਆਪਣੀ ਗੱਲ ਰੱਖਣ ਦਾ। ਤਾਂ ਮੈਨੂੰ ਲੱਗਦਾ ਕਿ ਅਗਰ ਉਹਨਾਂ ਦੇ ਮਨ 'ਚ ਕੋਈ ਗੱਲ ਹੈਗੀ ਹੈ ਜਾਂ ਉਹਨਾਂ ਦੇ ਪਾਸ ਕੋਈ
ਇਸ ਪ੍ਰਕਰਨ ਨੂੰ ਲੈ ਕਰਕੇ ਕੋਈ ਗੱਲ ਕਰਨਾ ਚਾਹੁੰਦੇ ਆ ਤੇ ਉਹ ਅਨੁਸ਼ਾਸਨ ਕਮੇਟੀ ਦੇ ਸਾਡੇ ਚੇਅਰਮੈਨ ਜੀ ਨੇ, ਬੜੇ ਸਾਡੇ ਸੀਨੀਅਰ ਨੇਤਾ ਨੇ, ਉਹਨਾਂ ਦੇ ਕੋਲ ਜਾ ਕਰਕੇ ਆਪਣਾ ਪੱਖ ਰੱਖ ਸਕਦੇ ਆ। ਮੇਰੀ ਬਸ ਜੀ ਬਹੁਤ ਧੰਨਵਾਦ ਨਰੇਸ਼ ਜੀ। ਤੇ ਨਰੇਸ਼ ਜੀ ਦਾ ਇਹੀ ਕਹਿਣਾ ਹੈਗਾ ਕਿ ਬੀਜੇਪੀ ਹਰੇਕ ਧਰਮ ਦਾ ਉਨਾ ਹੀ ਮਾਨ ਸਨਮਾਨ ਕਰਦੀ ਹੈ ਜਿੰਨਾ ਮਾਨ ਸਨਮਾਨ ਉਹ ਹਿੰਦੂ ਧਰਮ ਦਾ ਕਰਦੇ ਨੇ। ਹਰੇਕ ਧਰਮ ਨੂੰ ਇੱਕ ਹੀ ਨਜ਼ਰ ਨਾਲ ਦੇਖਿਆ ਜਾਂਦਾ, ਵਿਤਕਰਾ ਕੀਤੇ ਵੀ ਨਹੀਂ ਹੈ। ਔਰ ਰਹੀ ਗੱਲ ਜਾਤ ਪਾਤ ਦੇ ਨਾਂ ਤੇ ਜਾਂ ਧਰਮਾਂ ਦੇ ਨਾਂ ਤੇ ਜਾਂ ਇਹਨਾਂ ਵੰਡੀਆਂ ਦੇ ਨਾਂ ਦੇ ਉੱਤੇ, ਤਾਂ ਬੀਜੇਪੀ ਹਰੇਕ ਧਰਮ ਨੂੰ ਇੰਨਾ ਪਿਆਰ ਕਰਦੀ ਹੈ ਕਿ ਕੋਈ ਵੀ ਜਿਹੜਾ ਇੱਕ ਵਾਰੀ ਕਹਿੰਦੇ ਇਹਨਾਂ ਨਾਲ ਜੁੜਦਾ ਹੈ ਉਹ ਕਦੀ ਟੁੱਟਦਾ ਨਹੀਂ। ਜਿਹਦੀ ਆਪ ਉਦਾਹਰਨ ਨੇ ਯਾਦਵਿੰਦਰ ਸਿੰਘ ਬੁੱਟਰ, ਜਿਹੜੇ ਪਿਛਲੇ 21 ਸਾਲ ਤੋਂ ਬੀਜੇਪੀ ਨਾਲ ਜੁੜੇ ਹੋਏ ਨੇ। ਪਰ ਨਾਲ ਹੀ ਉਹਨਾਂ ਦਾ ਕਹਿਣਾ ਹੈਗਾ ਕਿ ਜੇਕਰ ਬੀਜੇਪੀ ਦੇ ਨਾਲ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਹੈ, ਜੇਕਰ ਸੰਤੁਸ਼ਟ ਨਹੀਂ ਹੈ ਬੀਜੇਪੀ ਦੇ ਕਿਸੇ ਫੈਸਲੇ ਤੋਂ ਯਾਦਵਿੰਦਰ ਸਿੰਘ ਬੁੱਟਰ, ਤਾਂ ਉਹਨਾਂ ਨੂੰ 20 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਆਪਣਾ ਪੱਖ ਰੱਖਣ ਦੇ ਲਈ। ਬੀਜੇਪੀ ਉਹਨਾਂ ਦਾ ਪੱਖ ਸੁਣੇਗੀ ਔਰ ਬੀਜੇਪੀ ਉਹੀ ਫੈਸਲਾ ਕਰੇਗੀ ਜੋ ਇਨਸਾਫ ਦੇ, ਸੱਚਾਈ ਦੇ ਉੱਤੇ ਖਰਾ ਉਤਰਦਾ ਹੋਵੇਗਾ। ਸੋ ਬਹੁਤ ਬਹੁਤ ਸ਼ੁਕਰੀਆ ਨਰੇਸ਼ ਜੀ ਤੁਹਾਡਾ, ਥੈਂਕ ਯੂ।